JS GK ਪ੍ਰੈਕਟੀਕਲ ਸਾਇੰਸ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਾ ਬਟਨ ਦਬਾਉਣਾ ਨਾ ਭੁੱਲਿਓ। ਪਿਆਰੇ ਵਿਦਿਆਰਥੀਓ, JS GK ਪ੍ਰੈਕਟੀਕਲ ਸਾਇੰਸ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਆਪਾਂ ਸੁਤੰਤਰਤਾ ਦੇ ਪੱਖਾਂ ਬਾਰੇ ਡਿਸਕਸ ਕਰਾਂਗੇ। ਐਸਪੈਕਟਸ ਆਫ ਲਿਬਰਟੀ। ਸੁਤੰਤਰਤਾ ਦੇ ਦੋ ਪੱਖ ਹਨ, ਨੈਗੇਟਿਵ ਲਿਬਰਟੀ ਨਕਾਰਾਤਮਕ ਸੁਤੰਤਰਤਾ, ਪੋਜ਼ਿਟਿਵ ਲਿਬਰਟੀ ਸਕਾਰਾਤਮਕ ਸੁਤੰਤਰਤਾ। ਵਿਦਿਆਰਥੀਓ, ਨਕਾਰਾਤਮਕ ਸੁਤੰਤਰਤਾ ਨੂੰ ਅਸੀਂ ਵਿਅਕਤੀਵਾਦ ਜਾਂ ਉਦਾਰਵਾਦ ਨਾਲ ਵੀ ਜੋੜ ਸਕਦੇ ਹਾਂ। ਪੁਰਾਤਨ ਉਦਾਰਵਾਦ ਦਾ ਜਨਮ 16ਵੀਂ ਸਦੀ 'ਚ ਹੋਇਆ ਸੀ। 17ਵੀਂ ਤੇ 18ਵੀਂ ਸਦੀ ਦੇ ਵਿੱਚ ਇਸ ਵਿਚਾਰਧਾਰਾ ਨੇ ਵਿਕਾਸ ਕੀਤਾ। ਉਸ ਸਮੇਂ ਨਿਰੰਕੁਸ਼ ਤੰਤਰ ਦਾ ਬੋਲਬਾਲਾ ਸੀ। ਧਾਰਮਿਕ, ਆਰਥਿਕ ਅਤੇ ਰਾਜਨੀਤਿਕ ਖੇਤਰ ਦੇ ਵਿੱਚ ਨਿਰੰਕੁਸ਼ ਤੰਤਰ ਸੀ। ਧਾਰਮਿਕ ਖੇਤਰ ਦੇ ਵਿੱਚ ਪੋਪ ਦਾ, ਆਰਥਿਕ ਖੇਤਰ ਦੇ ਵਿੱਚ ਸਮੰਤਾਂ ਦਾ ਅਤੇ ਰਾਜਨੀਤਿਕ ਖੇਤਰ ਦੇ ਵਿੱਚ ਬਾਦਸ਼ਾਹ ਦਾ ਨਿਰੰਕੁਸ਼ ਤੰਤਰ ਸੀ। ਅਜਿਹੇ ਸਮੇਂ ਦੇ ਵਿੱਚ ਵਿਅਕਤੀ ਨੂੰ ਕੋਈ ਸੁਤੰਤਰਤਾ ਨਹੀਂ ਸੀ। ਵਿਅਕਤੀ 'ਤੇ ਅਨੇਕਾਂ ਪ੍ਰਕਾਰ ਦੀਆਂ ਪਾਬੰਦੀਆਂ ਲੱਗੀਆਂ ਹੋਈਆਂ ਸਨ। ਤਾਂ ਇਸ ਸਮੇਂ ਨਕਾਰਾਤਮਕ ਸੁਤੰਤਰਤਾ ਦੀ ਧਾਰਨਾ ਦਾ ਵਿਕਾਸ ਹੋਇਆ। ਨਕਾਰਾਤਮਕ ਸੁਤੰਤਰਤਾ ਦੀ ਧਾਰਨਾ ਨੂੰ ਪੇਸ਼ ਕਰਨ ਵਾਲੇ ਵਿਦਵਾਨ ਜਾਨ ਲਾਕ, ਐਡਮ ਸਮਿਥ, ਰਿਕਾਰਡੋ, ਹਰਬਰਟ ਸਪੈਂਸਰ ਆਦਿ ਸਨ। ਉਹਨਾਂ ਦਾ ਮੰਨਣਾ ਸੀ ਕਿ ਵਿਅਕਤੀ 'ਤੇ ਜੇਕਰ ਪਾਬੰਦੀਆਂ ਲੱਗੀਆਂ ਹੋਣਗੀਆਂ ਤਾਂ ਕੋਈ ਵੀ ਵਿਅਕਤੀ ਆਪਣੇ ਜੀਵਨ ਦਾ ਪੂਰਨ ਵਿਕਾਸ ਨਹੀਂ ਕਰ ਸਕਦਾ। ਨਕਾਰਾਤਮਕ ਸੁਤੰਤਰਤਾ ਦੇ ਸਮਰਥਕਾਂ ਦਾ ਕਹਿਣਾ ਸੀ ਕਿ ਰਾਜ ਤੇ ਸਰਕਾਰ ਇੱਕ ਜ਼ਰੂਰੀ ਬੁਰਾਈ ਹੈ। ਰਾਜ ਅਤੇ ਸਰਕਾਰ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਵਿਅਕਤੀ ਦੀ ਸੁਤੰਤਰਤਾ ਨੂੰ ਨਸ਼ਟ ਕਰਦੀਆਂ ਹਨ। ਇਸ ਕਰਕੇ ਉਹਨਾਂ ਨੇ ਰਾਜ ਨੂੰ ਘੱਟ ਤੋਂ ਘੱਟ ਕੰਮ ਦਿੱਤੇ ਸਨ। ਪਾਬੰਦੀ ਨੂੰ ਇੱਕ ਬੁਰਾਈ ਮੰਨਿਆ ਸੀ। ਇੱਥੋਂ ਤੱਕ ਕਿ ਅਰਥ ਵਿਵਸਥਾ ਦੇ ਵਿੱਚ ਵੀ ਰਾਜ ਦੀ ਦਖਲਅੰਦਾਜ਼ੀ ਨੂੰ ਸਵੀਕਾਰ ਨਹੀਂ ਕੀਤਾ। ਉਹਨਾਂ ਦਾ ਕਹਿਣਾ ਸੀ ਕਿ ਵਿਅਕਤੀ ਇੱਕ ਤਰਕਸ਼ੀਲ ਪ੍ਰਾਣੀ ਹੈ, ਵਿਅਕਤੀ ਅੰਦਰ ਬੁੱਧੀ ਹੈ, ਵਿਅਕਤੀ ਆਪਣਾ ਚੰਗਾ ਤੇ ਮਾੜਾ ਸੋਚ ਸਕਦਾ ਹੈ। ਇਸ ਕਰਕੇ ਵਿਅਕਤੀ ਨੂੰ ਹਰ ਕੰਮ ਕਰਨ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਉਹਦੇ ਵਿੱਚ ਰਾਜ ਕਿਸੇ ਵੀ ਕਿਸਮ ਦੀ ਦਖਲਅੰਦਾਜ਼ੀ ਨਹੀਂ ਕਰੇਗਾ। ਇਸ ਤਰ੍ਹਾਂ ਨਾਲ ਇਸ ਵਿਚਾਰਧਾਰਾ ਨੂੰ ਵਿਅਕਤੀਵਾਦ ਉਦਾਰਵਾਦ, ਪੁਰਾਤਨ ਉਦਾਰਵਾਦ, ਨੈਗੇਟਿਵ ਲਿਬਰਲਿਜ਼ਮ ਜਾਂ ਨਕਾਰਾਤਮਕ ਸੁਤੰਤਰਤਾ ਦੀ ਧਾਰਨਾ ਨਾਲ ਅਸੀਂ ਪੜ੍ਹ ਸਕਦੇ ਹਾਂ। ਨਕਾਰਾਤਮਕ ਸੁਤੰਤਰਤਾ ਦੀਆਂ ਕੁਝ ਮਹੱਤਵਪੂਰਨ ਤੱਤ ਹਨ, ਕੁਝ ਮਹੱਤਵਪੂਰਨ ਵਿਸ਼ੇਸ਼ਤਾਵਾਂ ਹਨ ਜਿਨ੍ਹਾਂ ਦਾ ਜ਼ਿਕਰ ਅਸੀਂ ਕਰਾਂਗੇ। ਪਾਬੰਦੀ ਇੱਕ ਬੁਰਾਈ ਹੈ। ਜਿਵੇਂ ਕਿ ਪਹਿਲਾਂ ਵੀ ਦੱਸਿਆ ਗਿਆ ਕਿ ਨਕਾਰਾਤਮਕ ਸੁਤੰਤਰਤਾ ਦੇ ਸਮਰਥਕ ਪਾਬੰਦੀ ਨੂੰ ਇੱਕ ਬੁਰਾਈ ਮੰਨਦੇ ਸਨ। ਉਹਨਾਂ ਦਾ ਮੰਨਣਾ ਸੀ ਕਿ ਕੁਦਰਤ ਨੇ ਮਨੁੱਖ ਨੂੰ ਆਜ਼ਾਦ ਪੈਦਾ ਕੀਤਾ ਹੈ। ਜਾਨ ਲਾਕ ਨੇ ਵਿਅਕਤੀ ਨੂੰ 3 ਕੁਦਰਤੀ ਅਧਿਕਾਰ ਵੀ ਦਿੱਤੇ ਸਨ, ਜੀਵਨ ਦਾ, ਸੰਪੱਤੀ ਦਾ ਅਤੇ ਸੁਤੰਤਰਤਾ ਦਾ। ਉਹਨਾਂ ਦਾ ਮੰਨਣਾ ਸੀ ਕਿ ਵਿਅਕਤੀ ਇਹਨਾਂ ਅਧਿਕਾਰਾਂ ਨੂੰ ਪ੍ਰਾਪਤ ਕਰਕੇ ਆਪਣੇ ਜੀਵਨ ਦਾ ਪੂਰਨ ਵਿਕਾਸ ਕਰ ਸਕਦਾ ਹੈ। ਉਹਨਾਂ ਦਾ ਮੰਨਣਾ ਸੀ ਕਿ ਰਾਜ ਕਿਸੇ ਵੀ ਤਰ੍ਹਾਂ ਦੀ ਪਾਬੰਦੀ ਵਿਅਕਤੀ 'ਤੇ ਨਹੀਂ ਲਾ ਸਕਦਾ। ਜੇਕਰ ਪਾਬੰਦੀ ਵਿਅਕਤੀ 'ਤੇ ਲੱਗੇਗੀ ਤਾਂ ਵਿਅਕਤੀ ਸਮਾਜ 'ਤੇ ਆਪਣਾ ਵਿਕਾਸ ਨਹੀਂ ਕਰ ਸਕਦਾ। ਇਸ ਤਰ੍ਹਾਂ ਉਹਨਾਂ ਨੇ ਪਾਬੰਦੀ ਨੂੰ ਸੁਤੰਤਰਤਾ ਦੇ ਉਲਟ ਮੰਨਿਆ ਹੈ ਤੇ ਉਹਨਾਂ ਨੇ ਕਿਹਾ ਹੈ ਵਿਅਕਤੀ ਨੂੰ ਹਰ ਕੰਮ ਕਰਨ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਹਰ ਵਿਅਕਤੀ ਆਪਣੇ ਹਿੱਤਾਂ ਦਾ ਆਪ ਰਖਵਾਲਾ ਹੈ। ਨਕਾਰਾਤਮਕ ਸੁਤੰਤਰਤਾ ਵਿਅਕਤੀ ਨੂੰ ਬੁੱਧੀਮਾਨ ਮੰਨਦੀ ਹੈ, ਤਰਕਸ਼ੀਲ ਮੰਨਦੀ ਹੈ। ਉਹਨਾਂ ਦਾ ਕਹਿਣਾ ਸੀ ਕਿ ਹਰੇਕ ਵਿਅਕਤੀ ਆਪਣੀ ਭਲਾਈ ਬਾਰੇ, ਆਪਣੇ ਚੰਗੇਪਣ ਬਾਰੇ, ਆਪਣੇ ਬੁਰੇਪਣ ਸੰਬੰਧੀ ਪੂਰੀ ਤਰ੍ਹਾਂ ਵਾਕਿਫ ਹੈ। ਰਾਜ ਨੂੰ ਵਿਅਕਤੀ ਦੇ ਨਿੱਜੀ ਕੰਮਾਂ ਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਦੇਣੀ ਚਾਹੀਦੀ। ਵਿਅਕਤੀ ਨੂੰ ਆਪਣੀ ਮਰਜ਼ੀ ਦੇ ਮੁਤਾਬਕ ਕੰਮਾਂ ਨੂੰ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ, ਕਿਉਂਕਿ ਵਿਅਕਤੀ ਆਪਣਾ ਚੰਗਾ ਮਾੜਾ ਆਪ ਸੋਚ ਸਕਦਾ ਹੈ। ਇਸ ਤਰ੍ਹਾਂ ਉਹਨਾਂ ਦਾ ਨੇ ਕਿਹਾ ਕਿ ਵਿਅਕਤੀ ਆਪਣੇ ਹਿੱਤਾਂ ਦਾ ਆਪ ਰਖਵਾਲਾ ਹੈ। ਦਬਾਅ ਦੀ ਅਣਹੋਂਦ ਹੀ ਸੁਤੰਤਰਤਾ। ਦਬਾਅ ਦੀ ਅਣਹੋਂਦ ਹੀ ਸੁਤੰਤਰਤਾ ਹੈ। ਇਹ ਗੱਲ ਨਕਾਰਾਤਮਕ ਸੁਤੰਤਰਤਾ ਦੇ ਸਮਰਥਕਾਂ ਨੇ ਕਹੀ। ਉਹਨਾਂ ਨੇ ਕਿਹਾ ਕਿ ਜੇਕਰ ਵਿਅਕਤੀ 'ਤੇ ਕਿਸੇ ਵੀ ਪ੍ਰਕਾਰ ਦਾ ਦਬਾਅ ਹੈ ਜਾਂ ਰਾਜ ਵੱਲੋਂ ਅਜਿਹੇ ਨਿਯਮ ਬਣਾਏ ਜਾਂਦੇ ਹਨ ਜੋ ਵਿਅਕਤੀ ਦੇ ਉੱਤੇ ਕੁਝ ਦਬਾਅ ਪਾ ਕੇ ਉਹਨਾਂ ਤੋਂ ਜ਼ਬਰਦਸਤੀ ਕੰਮ ਕਰਾਉਂਦੇ ਹਨ, ਤਾਂ ਇਸ ਨੂੰ ਅਸੀਂ ਸੁਤੰਤਰਤਾ ਨਹੀਂ ਕਹਿ ਸਕਦੇ। ਦਬਾਅ ਦਾ ਨਾ ਹੋਣਾ ਹੀ ਸੁਤੰਤਰਤਾ ਦਾ ਮੂਲ ਆਧਾਰ ਹੈ। ਵਧੇਰੇ ਆਰਥਿਕ ਵਿਕਾਸ। ਨਕਾਰਾਤਮਕ ਸੁਤੰਤਰਤਾ ਨੇ ਇਹ ਮੰਨਿਆ ਕਿ ਵਿਅਕਤੀ ਆਪਣੇ ਨਿੱਜ ਬਾਰੇ ਪੂਰੀ ਤਰ੍ਹਾਂ ਵਾਕਿਫ ਹੈ। ਉਸ ਨੂੰ ਆਪਣੀ ਜ਼ਿੰਦਗੀ ਨੂੰ ਵਿਕਸਿਤ ਕਰਨ ਦੇ ਲਈ ਪੂਰਨ ਅਧਿਕਾਰ ਹੋਣਾ ਚਾਹੀਦਾ ਹੈ। ਉਹਨਾਂ ਦਾ ਕਹਿਣਾ ਸੀ ਕਿ ਜੇਕਰ ਰਾਜ ਅਤੇ ਸਰਕਾਰ ਆਰਥਿਕ ਖੇਤਰ ਦੇ ਵਿੱਚ ਦਖਲਅੰਦਾਜ਼ੀ ਕਰਨਗੇ ਤਾਂ ਵਿਅਕਤੀ ਵਿਕਸਿਤ ਨਹੀਂ ਹੋ ਸਕਦਾ, ਸਮਾਜ ਵਿਕਸਿਤ ਨਹੀਂ ਹੋ ਸਕਦਾ। ਇਸ ਕਰਕੇ ਉਹਨਾਂ ਨੇ
अर्थ व्यवस्था ਦੇ ਵਿੱਚ ਰਾਜ ਦੀ ਦਖਲਅੰਦਾਜ਼ੀ ਨੂੰ ਸਵੀਕਾਰ ਨਹੀਂ ਕੀਤਾ। ਉਹਨਾਂ ਦਾ ਕਹਿਣਾ ਸੀ ਕਿ ਵਿਅਕਤੀ ਸੁਤੰਤਰ ਹੋਣਾ ਚਾਹੀਦਾ ਹੈ, ਖੁੱਲ੍ਹੇ ਮੁਕਾਬਲੇ ਦੀ ਨੀਤੀ ਰਾਹੀਂ ਵਿਅਕਤੀ ਸੁਤੰਤਰ ਰੂਪ ਦੇ ਵਿੱਚ ਆਪਣੇ ਆਪ ਨੂੰ ਵਿਕਸਿਤ ਕਰ ਸਕਦਾ ਹੈ, ਆਪਣਾ ਆਰਥਿਕ ਪੱਖ ਮਜ਼ਬੂਤ ਕਰ ਸਕਦਾ ਹੈ। ਉਹਨਾਂ ਨੇ ਕਿਹਾ ਅਰਥ ਵਿਵਸਥਾ ਦੇ ਵਿੱਚ ਰਾਜ ਦੀ ਦਖਲਅੰਦਾਜ਼ੀ ਦਾ ਨਾ ਹੋਣਾ ਹੀ ਵਧੇਰੇ ਆਰਥਿਕ ਵਿਕਾਸ ਲਈ ਸਹੀ ਸਿੱਧ ਹੋਵੇਗਾ। ਰਾਜ ਦਾ ਕਾਰਜ ਖੇਤਰ ਘੱਟ। ਨਕਾਰਾਤਮਕ ਸੁਤੰਤਰਤਾ ਨੈਗੇਟਿਵ ਲਿਬਰਟੀ ਰਾਜ ਨੂੰ ਇੱਕ ਜ਼ਰੂਰੀ ਬੁਰਾਈ ਮੰਨਦੀ ਸੀ। ਉਹਨਾਂ ਦਾ ਮੰਨਣਾ ਸੀ ਕਿ ਜੇਕਰ ਰਾਜ ਦੀ ਵੱਖ-ਵੱਖ ਖੇਤਰਾਂ ਦੇ ਵਿੱਚ ਵੱਡੇ ਪੱਧਰ ਤੇ ਦਖਲਅੰਦਾਜ਼ੀ ਹੋਵੇਗੀ ਤਾਂ ਸਮਾਜ ਵਿਕਸਿਤ ਨਹੀਂ ਹੋ ਸਕਦਾ, ਵਿਅਕਤੀ ਦੀ ਸੁਤੰਤਰਤਾ ਨੂੰ ਚੋਟ ਪਹੁੰਚੇਗੀ। ਇਸ ਤਰ੍ਹਾਂ ਉਹਨਾਂ ਨੇ ਰਾਜ ਨੂੰ ਕੇਵਲ ਇੱਕ ਪੁਲਿਸ ਰਾਜ ਮੰਨਿਆ ਹੈ। ਹਰਬਰਟ ਸਪੈਂਸਰ ਨੇ ਇੱਥੇ ਤੱਕ ਕਿਹਾ ਸੀ ਕਿ ਸਮਾਜ ਦੇ ਵਿੱਚ ਅਪਰਾਧ ਹੁੰਦੇ ਰਹਿੰਦੇ ਹਨ, ਉਹਨਾਂ ਅਪਰਾਧਾਂ ਨੂੰ ਰੋਕਣ ਵਾਸਤੇ ਹੀ ਰਾਜ ਹੈ। ਜੇਕਰ ਸਮਾਜ ਦੇ ਵਿੱਚ ਅਪਰਾਧ ਨਾ ਹੋਣ ਤਾਂ ਰਾਜ ਦੀ ਕੋਈ ਲੋੜ ਨਹੀਂ। ਇਸ ਤਰ੍ਹਾਂ ਰਾਜ ਦਾ ਕਾਰਜ ਖੇਤਰ ਘੱਟ ਤੋਂ ਘੱਟ ਹੋਣਾ ਚਾਹੀਦਾ ਹੈ। ਇਹ ਕੁਝ ਮਹੱਤਵਪੂਰਨ ਨਕਾਰਾਤਮਕ ਸੁਤੰਤਰਤਾ ਦੇ ਆਧਾਰ ਸਨ ਜਿਨ੍ਹਾਂ ਨੂੰ ਆਪਾਂ ਸਟੱਡੀ ਕੀਤਾ। ਬਹੁਤ ਸਾਰੇ ਵਿਦਵਾਨਾਂ ਨੇ ਨਕਾਰਾਤਮਕ ਸੁਤੰਤਰਤਾ ਦੇ ਇਹਨਾਂ ਆਧਾਰਾਂ ਦੀ ਕਾਢੀ ਆਲੋਚਨਾ ਕੀਤੀ ਹੈ। ਉਹਨਾਂ ਨੇ ਆਪਣੇ ਪੱਖ ਦੇ ਵਿੱਚ ਕੁਝ ਮਹੱਤਵਪੂਰਨ ਦਲੀਲਾਂ ਪੇਸ਼ ਕੀਤੀਆਂ ਨੇ। ਉਹਨਾਂ ਆਲੋਚਨਾ ਦੀਆਂ ਦਲੀਲਾਂ ਨੂੰ ਆਪਾਂ ਕ੍ਰਮਵਾਰ ਪੜ੍ਹਾਂਗੇ। ਪਹਿਲੀ ਦਲੀਲ ਦੀ ਗੱਲ ਕਰੀਏ, ਬੰਦਸ਼ਾਂ ਦੀ ਅਣਹੋਂਦ ਅਯੋਗ ਖੁੱਲ੍ਹ। ਨਕਾਰਾਤਮਕ ਸੁਤੰਤਰਤਾ ਨੇ ਬੰਦਸ਼ਾਂ ਦੀ ਅਣਹੋਂਦ ਨੂੰ ਹੀ ਸੁਤੰਤਰਤਾ ਮੰਨਿਆ ਹੈ, ਜਦੋਂ ਕਿ ਆਲੋਚਕਾਂ ਦਾ ਮੰਨਣਾ ਹੈ ਕਿ ਜੇਕਰ ਅਸੀਂ ਵਿਅਕਤੀ ਨੂੰ ਖੁੱਲ੍ਹਾ ਛੱਡ ਦਈਏ, ਅਸੀਮਿਤ ਸੁਤੰਤਰਤਾ ਦੇ ਦਈਏ, ਵਿਅਕਤੀ ਦੇ ਉੱਪਰ ਕੋਈ ਪਾਬੰਦੀ ਨਾ ਹੋਵੇ ਤਾਂ ਉਹ ਇੱਕ ਅਸੀਮ ਖੁੱਲ੍ਹ ਹੋਵੇਗੀ ਜਿਸ ਦੇ ਵਿੱਚ ਸਮਾਜ ਦੀ ਸੁਤੰਤਰਤਾ ਖਤਰੇ ਵਿੱਚ ਪੈ ਸਕਦੀ ਹੈ। ਜਿਵੇਂ ਮੈਕਾਨੀ ਨੇ ਇਸ ਗੱਲ ਨੂੰ ਬੜੇ ਸੌਖੇ ਤੇ ਸਰਲ ਤਰੀਕੇ ਨਾਲ ਸਪਸ਼ਟ ਕੀਤਾ ਹੈ। ਉਸ ਦਾ ਕਹਿਣਾ ਸੀ ਕਿ ਸੁਤੰਤਰਤਾ ਹਰ ਤਰ੍ਹਾਂ ਦੀਆਂ ਪਾਬੰਦੀਆਂ ਦੀ ਅਣਹੋਂਦ ਨਹੀਂ, ਸਗੋਂ ਅਯੋਗ ਦੀ ਥਾਂ ਤੇ, ਅਨੁਚਿਤ ਦੀ ਥਾਂ ਤੇ ਉਚਿਤ ਪਾਬੰਦੀਆਂ ਦੀ ਸਥਾਪਨਾ ਹੈ। ਵਿਅਕਤੀ ਦੀ ਸੁਤੰਤਰਤਾ ਤੇ ਆਲੋਚਕਾਂ ਦਾ ਕਹਿਣਾ ਸੀ ਕਿ ਕੁਝ ਜ਼ਰੂਰੀ ਉਚਿਤ ਪਾਬੰਦੀਆਂ ਲੱਗੀਆਂ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਆਪਣਾ ਅਤੇ ਸਮਾਜ ਦਾ ਵਿਕਾਸ ਕਰ ਸਕੇ। ਹਰ ਵਿਅਕਤੀ ਆਪਣੇ ਹਿੱਤਾਂ ਦਾ ਨਿਰਣਾ ਕਰਨ ਦੇ ਯੋਗ ਨਹੀਂ। ਨਕਾਰਾਤਮਕ ਸੁਤੰਤਰਤਾ ਦੇ ਸਮਰਥਕ ਇਹ ਮੰਨਦੇ ਸਨ ਕਿ ਵਿਅਕਤੀ ਤਰਕਸ਼ੀਲ ਪ੍ਰਾਣੀ ਹੈ, ਉਹ ਆਪਣੇ ਹਿੱਤਾਂ ਬਾਰੇ ਭਲੀ ਭਾਂਤ ਜਾਣਦਾ ਹੈ, ਉਹ ਆਪਣੇ ਹਿੱਤਾਂ ਦਾ ਰਖਵਾਲਾ ਆਪ ਹੈ। ਪਰ ਜੇਕਰ ਅਸੀਂ ਇਹ ਗੱਲ ਅਸਲ ਰੂਪ ਦੇ ਵਿੱਚ ਦੇਖੀਏ ਤਾਂ ਸੱਚਾਈ ਕੋਹਾਂ ਦੂਰ ਹੈ। ਆਲੋਚਕਾਂ ਦਾ ਕਹਿਣਾ ਸੀ ਕਿ ਹਰ ਵਿਅਕਤੀ ਆਪਣਾ ਚੰਗਾ ਬੁਰਾ ਨਹੀਂ ਜਾਣਦਾ। ਜਿਵੇਂ ਆਪਾਂ ਇੱਕ ਬੱਚੇ ਦੀ ਗੱਲ ਕਰੀਏ, ਇੱਕ ਬਿਰਧ ਦੀ ਗੱਲ ਕਰੀਏ ਤਾਂ ਉਹ ਆਪਣੇ ਹਿੱਤਾਂ ਦੇ ਆਪ ਰਖਵਾਲੇ ਨਹੀਂ ਹਨ। ਰਾਜ ਹੀ ਵਿਅਕਤੀ ਦੇ ਹਿੱਤਾਂ ਨੂੰ ਸੁਰੱਖਿਅਤ ਕਰਦਾ ਹੈ। ਇਸ ਕਰਕੇ ਰਾਜ ਦੀ ਵਿਅਕਤੀ ਦੇ ਹਿੱਤਾਂ ਦੇ ਵਿੱਚ, ਵਿਅਕਤੀ ਦੇ ਜੀਵਨ ਦੇ ਵਿੱਚ ਜ਼ਰੂਰੀ ਦਖਲਅੰਦਾਜ਼ੀ ਹੋਣੀ ਚਾਹੀਦੀ ਹੈ ਤਾਂ ਜੋ ਸਮਾਜ ਦਾ ਰੂਪ ਕਲਿਆਣਕਾਰੀ ਬਣ ਸਕੇ। ਰਾਜ ਦੀ ਗੈਰਦਖਲੀ ਦੇ ਭਿਆਨਕ ਸਿੱਟੇ ਨਿਕਲੇ। ਇਹ ਗੱਲ ਬਿਲਕੁਲ ਸੱਚ ਹੈ ਕਿ ਜਦੋਂ ਨਕਾਰਾਤਮਕ ਸੁਤੰਤਰਤਾ ਨੂੰ ਯੂਰਪ ਤੇ ਪੱਛਮ ਦੇ ਕੁਝ ਦੇਸ਼ਾਂ ਦੇ ਵਿੱਚ ਲਾਗੂ ਕੀਤਾ ਗਿਆ ਤੇ ਇਹਦੇ ਬੜੇ ਭਿਆਨਕ ਸਿੱਟੇ ਨਿਕਲੇ। ਕਿਉਂਕਿ ਅਰਥ ਵਿਵਸਥਾ ਦੇ ਵਿੱਚ ਰਾਜ ਦੀ ਦਖਲਅੰਦਾਜ਼ੀ ਹੈ ਨਹੀਂ ਸੀ, ਉਤਪਾਦਨ ਦੇ ਸਾਧਨਾਂ ਦੀ ਬਰਾਬਰ ਦੀ ਵੰਡ ਨਹੀਂ ਸੀ। ਕੁਝ ਅਮੀਰ ਲੋਕਾਂ ਨੇ, ਪੂੰਜੀਪਤੀਆਂ ਨੇ, ਉਦਯੋਗਪਤੀਆਂ ਨੇ, ਕੁਝ ਤਕੜੇ ਲੋਕਾਂ ਨੇ ਉਤਪਾਦਨ ਦੇ ਸਾਧਨਾਂ 'ਤੇ ਕਬਜ਼ਾ ਕਰ ਲਿਆ ਤੇ ਉਹ ਕਬਜ਼ਾ ਕਰਨ ਤੋਂ ਬਾਅਦ ਕਿਰਤੀਆਂ ਦੀ ਲੁੱਟ ਕੀਤੀ ਗਈ। ਇਸ ਲੁੱਟ ਨੇ ਬੜੇ ਭਿਆਨਕ ਨਤੀਜੇ ਸਾਡੇ ਸਾਹਮਣੇ ਲਿਆਂਦੇ। ਇਸ ਤਰ੍ਹਾਂ ਆਲੋਚਕਾਂ ਨੇ ਕਿਹਾ ਕਿ ਅਰਥ ਵਿਵਸਥਾ ਦੇ ਵਿੱਚ ਰਾਜ ਦੀ ਦਖਲਅੰਦਾਜ਼ੀ ਹੋਣੀ ਚਾਹੀਦੀ ਹੈ। ਜੇ ਅਰਥ ਵਿਵਸਥਾ ਦੇ ਵਿੱਚ ਰਾਜ ਦੀ ਦਖਲਅੰਦਾਜ਼ੀ ਹੋਵੇਗੀ ਫਿਰ ਹੀ ਸਮਾਜ ਨੂੰ ਕਲਿਆਣਕਾਰੀ ਰੂਪ ਦਿੱਤਾ ਜਾ ਸਕਦਾ ਹੈ। ਪੂੰਜੀਵਾਦੀ ਸਿਧਾਂਤ। ਅਸਲ ਦੇ ਵਿੱਚ ਨਕਾਰਾਤਮਕ ਸੁਤੰਤਰਤਾ ਪੂੰਜੀਵਾਦੀ ਸਿਧਾਂਤ ਸੀ, ਕਿਉਂਕਿ ਇਹਨਾਂ ਨੇ ਖੁੱਲ੍ਹੇ ਮੁਕਾਬਲੇ ਨੂੰ, ਖੁੱਲ੍ਹੇ ਵਪਾਰ ਨੂੰ ਇਜਾਜ਼ਤ ਦਿੱਤੀ ਤੇ ਖੁੱਲ੍ਹਾ ਵਪਾਰ ਤੇ ਖੁੱਲ੍ਹੇ ਮੁਕਾਬਲੇ ਦੀ ਨੀਤੀ ਹਮੇਸ਼ਾ ਪੂੰਜੀਵਾਦੀ ਸ਼੍ਰੇਣੀ ਦੇ ਸਿਧਾਂਤ ਨੂੰ ਹੀ ਸਥਾਪਿਤ ਕਰਦੀ ਹੈ। ਤਾਂ ਉਹ ਨਤੀਜੇ ਸਾਡੇ ਸਾਹਮਣੇ ਨੇ। ਜਦੋਂ ਨਕਾਰਾਤਮਕ ਸੁਤੰਤਰਤਾ ਨੂੰ ਯਥਾਰਥ ਦੇ ਵਿੱਚ ਲਾਗੂ ਕੀਤਾ ਗਿਆ ਤਾਂ ਉਦਯੋਗਪਤੀਆਂ ਨੇ, ਪੂੰਜੀਪਤੀਆਂ ਨੇ ਉਤਪਾਦਨ ਦੇ ਸਾਧਨਾਂ 'ਤੇ ਕਬਜ਼ਾ ਕਰਕੇ ਕਿਰਤੀਆਂ ਦੀ ਲੁੱਟ ਕੀਤੀ। ਤਾਂ ਇਸ ਤਰ੍ਹਾਂ ਇਹ ਪੱਖ ਇਹ ਦਰਸਾਉਂਦੇ ਹਨ ਕਿ ਨਕਾਰਾਤਮਕ ਸੁਤੰਤਰਤਾ ਦੇ ਵਿੱਚ ਕੁਝ ਮਹੱਤਵਪੂਰਨ ਵੱਡੀਆਂ ਕਮੀਆਂ ਸਨ। ਉਹਨਾਂ ਕਮੀਆਂ ਨੂੰ ਦੇਖਦੇ ਹੋਏ ਕਿਰਤੀਆਂ ਦੀ ਜਦੋਂ ਲੁੱਟ ਹੋਈ ਤਾਂ ਉਸ ਤੋਂ ਬਾਅਦ ਨਕਾਰਾਤਮਕ ਸੁਤੰਤਰਤਾ ਦੇ ਵਿਰੋਧ ਦੇ ਵਿੱਚ ਇੱਕ ਨਵੀਂ ਵਿਚਾਰਧਾਰਾ ਉਤਪੰਨ ਹੋਈ ਜਿਸ ਨੂੰ ਅਸੀਂ ਪੋਜ਼ਿਟਿਵ ਲਿਬਰਟੀ ਜਾਂ ਸਕਾਰਾਤਮਕ ਸੁਤੰਤਰਤਾ ਦਾ ਨਾਂ ਦੇ ਸਕਦੇ ਹਾਂ। ਕਾਂਟ, ਫਿਕਟੇ, ਮੈਕਫਰਸਨ
ਬੈਂਥਮ, ਮਕਾਈਵਰ, ਬੁਸਾਂਕੇ, ਲਾਸਕੀ, ਬਹੁਤ ਸਾਰੇ ਵਿਦਵਾਨਾਂ ਨੇ ਸਕਾਰਾਤਮਕ ਸੁਤੰਤਰਤਾ ਨੂੰ ਵਿਕਸਿਤ ਕੀਤਾ। ਜਿੱਥੇ ਨਕਾਰਾਤਮਕ ਸੁਤੰਤਰਤਾ ਵਿਅਕਤੀ ਨੂੰ ਉਯੋਗ ਖੁੱਲ੍ਹ ਦਿੰਦੀ ਸੀ, ਰਾਜ ਨੂੰ ਇੱਕ ਬੁਰਾਈ ਮੰਨਦੀ ਸੀ, ਅਰਥ ਵਿਵਸਥਾ ਦੇ ਵਿੱਚ ਰਾਜ ਦੀ ਦਖਲਅੰਦਾਜ਼ੀ ਨੂੰ ਸਵੀਕਾਰ ਨਹੀਂ ਕਰਦੀ ਸੀ, ਰਾਜ ਨੂੰ ਘੱਟ ਤੋਂ ਘੱਟ ਕਾਰਜ ਖੇਤਰ ਦਿੰਦੀ ਸੀ, ਉੱਥੇ ਸਕਾਰਾਤਮਕ ਸੁਤੰਤਰਤਾ ਦੇ ਸਮਰਥਕਾਂ ਦਾ ਮੰਨਣਾ ਸੀ ਕਿ ਜੇਕਰ ਅਸੀਂ ਵਿਅਕਤੀ ਨੂੰ ਉਯੋਗ ਖੁੱਲ੍ਹ ਦੇਵਾਂਗੇ ਤਾਂ ਇਸ ਨਾਲ ਵਿਅਕਤੀ ਦੀ ਅਤੇ ਪੂਰੇ ਸਮਾਜ ਦੀ ਸੁਤੰਤਰਤਾ ਖਤਰੇ 'ਚ ਪੈ ਜਾਵੇਗੀ। ਇਸ ਕਰਕੇ ਵਿਅਕਤੀ ਨੂੰ ਆਪਣੀ ਸੁਤੰਤਰਤਾ ਦਾ ਸਹੀ ਅਰਥਾਂ ਦੇ ਵਿੱਚ ਆਨੰਦ ਮਾਣਨ ਦੇ ਲਈ ਤੇ ਸਮਾਜ ਦੀ ਸੁਤੰਤਰਤਾ ਨੂੰ ਬਚਾਉਣ ਦੇ ਲਈ ਸੁਤੰਤਰਤਾ ਦੇ ਕੁਝ ਜ਼ਰੂਰੀ ਬੰਧਨ ਹੋਣੇ ਚਾਹੀਦੇ ਹਨ। ਸਕਾਰਾਤਮਕ ਸੁਤੰਤਰਤਾ ਦਾ ਕਹਿਣਾ ਸੀ ਕਿ ਰਾਜ ਇੱਕ ਜ਼ਰੂਰੀ ਬੁਰਾਈ ਨਹੀਂ, ਰਾਜ ਤੋਂ ਬਿਨਾਂ ਸਮਾਜ ਨੂੰ ਵਿਕਸਿਤ ਕਰਨਾ ਬਹੁਤ ਔਖਾ ਹੈ। ਅੱਜ ਦਾ ਸਮਾਂ ਕਲਿਆਣਕਾਰੀ ਰਾਜ ਦਾ ਸਮਾਂ ਹੈ। ਕਲਿਆਣਕਾਰੀ ਰਾਜ ਨੂੰ ਵੱਖ-ਵੱਖ ਵਿਅਕਤੀ ਦੇ ਖੇਤਰਾਂ ਦੇ ਵਿੱਚ ਦਖਲਅੰਦਾਜ਼ੀ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ, ਫਿਰ ਹੀ ਵਿਅਕਤੀ ਤੇ ਸਮਾਜ ਵਿਕਸਿਤ ਹੋ ਸਕਦੇ ਹਨ। ਤਾਂ ਅਰਥ ਵਿਵਸਥਾ ਦੇ ਵਿੱਚ ਵੀ ਰਾਜ ਦੀ ਦਖਲਅੰਦਾਜ਼ੀ ਜ਼ਰੂਰ ਹੋਣੀ ਚਾਹੀਦੀ ਹੈ, ਕਿਉਂਕਿ ਜੇਕਰ ਰਾਜ ਦੀ ਅਰਥ ਵਿਵਸਥਾ ਦੀ ਦਖਲਅੰਦਾਜ਼ੀ ਨਹੀਂ ਹੋਵੇਗੀ ਤਾਂ ਇੱਕ ਸ਼੍ਰੇਣੀ ਉਹ ਹੋਵੇਗੀ ਜਿਸ ਕੋਲ ਉਤਪਾਦਨ ਦੇ ਸਾਰੇ ਸਾਧਨ ਹੋਣਗੇ ਅਤੇ ਦੂਜੀ ਸ਼੍ਰੇਣੀ ਜਿਸ ਦਾ ਨੁਕਸਾਨ ਹੋਵੇਗਾ, ਆਰਥਿਕ ਤੌਰ 'ਤੇ ਨਪੀੜੇ ਹੋਏ ਹੋਣਗੇ, ਜਿਨ੍ਹਾਂ ਨੂੰ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੋਵੇਗੀ। ਇਸ ਤਰ੍ਹਾਂ ਸਕਾਰਾਤਮਕ ਸੁਤੰਤਰਤਾ ਦੇ ਸਮਰਥਕਾਂ ਨੇ ਵਿਅਕਤੀ ਦੀ ਸੁਤੰਤਰਤਾ ਦੇ ਕੁਝ ਜ਼ਰੂਰੀ ਰੋਕਾਂ ਵੀ ਲਾਈਆਂ ਨੇ। ਰਾਜ ਨੂੰ ਇੱਕ ਸਮਾਜਿਕ ਤੇ ਨੈਤਿਕ ਸੰਸਥਾ ਮੰਨਿਆ ਹੈ। ਰਾਜ ਨੂੰ ਵਿਅਕਤੀ ਦੇ ਖੇਤਰ ਦੇ ਵਿੱਚ ਅਧਿਕਾਰ ਰੱਖਣ ਦੀ ਇਜਾਜ਼ਤ ਦਿੱਤੀ ਹੈ ਤੇ ਅਰਥ ਵਿਵਸਥਾ ਦੇ ਵਿੱਚ ਵੀ ਰਾਜ ਦੀ ਦਖਲਅੰਦਾਜ਼ੀ ਨੂੰ ਸਵੀਕਾਰ ਕੀਤਾ ਹੈ। ਸਕਾਰਾਤਮਕ ਸੁਤੰਤਰਤਾ ਦੇ ਵੀ ਕੁਝ ਪ੍ਰਮੁੱਖ ਆਧਾਰ ਹਨ, ਉਹਨਾਂ ਆਧਾਰਾਂ ਨੂੰ ਆਪਾਂ ਕ੍ਰਮਵਾਰ ਤੌਰ ਤੇ ਡਿਸਕਸ ਕਰਾਂਗੇ। ਪਹਿਲਾ ਹੈ ਸੁਤੰਤਰਤਾ ਬੰਦਸ਼ਾਂ ਦੀ ਅਣਹੋਂਦ ਨਹੀਂ। ਸਕਾਰਾਤਮਕ ਸੁਤੰਤਰਤਾ ਦੇ ਸਮਰਥਕ ਇਹ ਮੰਨਦੇ ਸਨ ਕਿ ਜੇਕਰ ਅਸੀਂ ਬੰਦਸ਼ਾਂ ਨੂੰ ਖਤਮ ਕਰ ਦਈਏ ਤਾਂ ਸੁਤੰਤਰਤਾ ਨਹੀਂ ਸਗੋਂ ਉਯੋਗ ਖੁੱਲ੍ਹ ਹੋਵੇਗੀ। ਅਜਿਹੀ ਖੁੱਲ੍ਹ ਸਮਾਜ ਲਈ ਘਾਤਕ ਹੈ, ਵਿਅਕਤੀ ਲਈ ਘਾਤਕ ਹੈ। ਇਸ ਤਰ੍ਹਾਂ ਉਹਨਾਂ ਕਿਹਾ ਕਿ ਸੁਤੰਤਰਤਾ ਦੇ ਉੱਪਰ ਰਾਜ ਨੂੰ, ਸਮਾਜ ਨੂੰ ਕੁਝ ਜ਼ਰੂਰੀ ਬੰਧਨ ਲਾਉਣੇ ਜ਼ਰੂਰੀ ਹਨ ਤਾਂ ਜੋ ਉਹਨਾਂ ਬੰਧਨਾਂ ਤੇ ਪਾਬੰਦੀਆਂ ਦੇ ਵਿੱਚ ਰਹਿ ਕੇ ਵਿਅਕਤੀ ਆਪਣਾ ਤੇ ਆਪਣੇ ਸਮਾਜ ਦਾ ਵਿਕਾਸ ਕਰ ਸਕੇ। ਅਧਿਕਾਰ ਸੁਤੰਤਰਤਾ ਦੀ ਜ਼ਰੂਰੀ ਸ਼ਰਤਾਂ ਹਨ। ਵਿਦਿਆਰਥੀਓ, ਸੁਤੰਤਰਤਾ ਦਾ ਅਰਥ ਜੇਕਰ ਅਸੀਂ ਇੱਕ ਸ਼ਬਦ ਦੇ ਵਿੱਚ ਸਪਸ਼ਟ ਕਰਨਾ ਹੋਵੇ ਤਾਂ ਸੁਤੰਤਰਤਾ ਨੂੰ ਅਸੀਂ ਅਧਿਕਾਰ ਰਾਹੀਂ ਪਰਿਭਾਸ਼ਿਤ ਕਰ ਸਕਦੇ ਹਾਂ। ਜੇਕਰ ਸਮਾਜ ਦੇ ਵਿੱਚ ਰਹਿੰਦੇ ਹੋਏ ਲੋਕਾਂ ਕੋਲੇ ਅਧਿਕਾਰ ਹਨ ਤਾਂ ਇਹ ਕਹਿਣਾ ਹੋਵੇਗਾ ਕਿ ਇਹਨਾਂ ਕੋਲ ਸੁਤੰਤਰਤਾ ਹੈ, ਪਰ ਜੇਕਰ ਸਮਾਜ ਦੇ ਲੋਕਾਂ ਤੋਂ ਅਧਿਕਾਰ ਵਾਪਸ ਲੈ ਜਾਣ ਤਾਂ ਸੁਤੰਤਰਤਾ ਖਤਮ ਹੋ ਜਾਵੇਗੀ। ਸਕਾਰਾਤਮਕ ਸੁਤੰਤਰਤਾ ਦਾ ਕਹਿਣਾ ਸੀ ਕਿ ਰਾਜ ਨੂੰ, ਵਿਅਕਤੀ ਨੂੰ ਵੱਧ ਤੋਂ ਵੱਧ ਅਧਿਕਾਰ ਦੇਣੇ ਚਾਹੀਦੇ ਨੇ ਤਾਂ ਜੋ ਉਹਨਾਂ ਅਧਿਕਾਰਾਂ ਤੇ ਸੁਤੰਤਰਤਾਵਾਂ ਨੂੰ ਮਾਣ ਕੇ ਉਹ ਆਪਣਾ ਭਲਾ ਕਰ ਸਕੇ। ਰਾਜ ਸੁਤੰਤਰਤਾ ਦਾ ਵਿਰੋਧੀ ਨਹੀਂ। ਰਾਜ ਸੁਤੰਤਰਤਾ ਦਾ ਵਿਰੋਧੀ ਨਹੀਂ, ਸਗੋਂ ਰਾਜ ਦੇ ਵਿੱਚ ਹੀ ਰਹਿ ਕੇ, ਰਾਜ ਵੱਲੋਂ ਅਧਿਕਾਰ ਪ੍ਰਾਪਤ ਕਰਕੇ, ਰਾਜ ਵੱਲੋਂ ਸੁਤੰਤਰਤਾ ਲੈ ਕੇ ਵਿਅਕਤੀ ਸਮਾਜ ਨੂੰ ਤੇ ਆਪਣੇ ਆਪ ਨੂੰ ਵਿਕਸਿਤ ਕਰ ਸਕਦਾ ਹੈ। ਇਸ ਲਈ ਆਧੁਨਿਕ ਸਮੇਂ ਦੇ ਵਿੱਚ ਰਾਜ ਤੋਂ ਬਿਨਾਂ ਵਿਅਕਤੀ ਦੀ ਸੁਤੰਤਰਤਾ ਨੂੰ ਯਕੀਨੀ ਨਹੀਂ ਬਣਾਇਆ ਜਾ ਸਕਦਾ। ਰਾਜ ਸੁਤੰਤਰਤਾ ਦਾ ਵੈਰੀ ਨਹੀਂ, ਸਗੋਂ ਰਾਜ ਸੁਤੰਤਰਤਾ ਦਾ ਰੱਖਿਅਕ ਹੈ। ਤਾਂ ਸਕਾਰਾਤਮਕ ਸੁਤੰਤਰਤਾ ਦੇ ਵਿਦਵਾਨਾਂ ਨੇ ਕਿਹਾ ਕਿ ਰਾਜ ਨੂੰ ਵਿਅਕਤੀ ਦੇ ਖੇਤਰ ਦੇ ਵਿੱਚ ਦਖਲਅੰਦਾਜ਼ੀ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ। ਰਾਜ ਨੂੰ ਵਿਅਕਤੀ ਦੇ ਜੀਵਨ ਤੇ ਕੁਝ ਜ਼ਰੂਰੀ ਪਾਬੰਦੀਆਂ ਲਗਾਉਣੀਆਂ ਚਾਹੀਦੀਆਂ ਨੇ, ਕਿਉਂਕਿ ਵਿਅਕਤੀ ਤੇ ਸਮਾਜ ਦੀ ਸੁਤੰਤਰਤਾ ਨੂੰ ਯਕੀਨੀ ਬਣਾਉਣ ਦੇ ਲਈ ਰਾਜ ਨੂੰ ਇਹ ਕੰਮ ਕਰਨੇ ਪੈਂਦੇ ਹਨ। ਵਿਸ਼ੇਸ਼ ਅਧਿਕਾਰਾਂ ਦੀ ਅਣਹੋਂਦ। ਸਕਾਰਾਤਮਕ ਸੁਤੰਤਰਤਾ ਨੇ ਕਿਹਾ ਕਿ ਵਿਅਕਤੀ ਨੂੰ ਸੁਤੰਤਰਤਾ ਦੇ ਵਿੱਚ ਅਸੀਮ ਖੁੱਲ੍ਹ ਨਹੀਂ ਹੋਣੀ ਚਾਹੀਦੀ, ਸਗੋਂ ਸਮਾਜ ਦੇ ਵਿੱਚ ਵਿਸ਼ੇਸ਼ ਅਧਿਕਾਰਾਂ ਦੀ ਅਣਹੋਂਦ ਹੋਣੀ ਚਾਹੀਦੀ ਹੈ। ਰਾਜ ਨੂੰ ਚਾਹੀਦਾ ਹੈ ਕਿ ਧਰਮ, ਭਾਸ਼ਾ, ਖੇਤਰ ਅਤੇ ਨਸਲ ਦੇ ਆਧਾਰ ਤੇ ਕਿਸੇ ਵਿਅਕਤੀ ਨੂੰ ਬਹੁਤੇ ਅਧਿਕਾਰ ਪ੍ਰਾਪਤ ਨਹੀਂ ਹੋਣੇ ਚਾਹੀਦੇ ਤੇ ਕਿਸੇ ਨੂੰ ਘੱਟ ਨਹੀਂ ਹੋਣੇ ਚਾਹੀਦੇ, ਸਗੋਂ ਸਭ ਨੂੰ ਸਮਾਜ ਦੇ ਵਿੱਚ ਰਹਿੰਦੇ ਹੋਏ ਸਮਾਨ ਅਵਸਰ ਮਿਲਣੇ ਚਾਹੀਦੇ ਨੇ। ਵਿਸ਼ੇਸ਼ ਅਧਿਕਾਰਾਂ ਦੀ ਅਣਹੋਂਦ ਹੀ ਸੁਤੰਤਰਤਾ ਦਾ ਮੂਲ ਆਧਾਰ ਹੋਣੀ ਚਾਹੀਦੀ ਹੈ। ਸਮਾਜ ਵਿੱਚ ਵਸਦੇ ਵਿਅਕਤੀਆਂ ਦੀ ਸੁਤੰਤਰਤਾ। ਸਕਾਰਾਤਮਕ ਸੁਤੰਤਰਤਾ ਦੇ ਸਮਰਥਕਾਂ ਦਾ ਮੰਨਣਾ ਸੀ ਕਿ ਸਮਾਜ ਦੇ ਵਿੱਚ ਰਹਿੰਦੇ ਹੋਏ ਲੋਕ ਹੀ ਸੁਤੰਤਰਤਾ ਦਾ ਸਹੀ ਆਨੰਦ ਮਾਣ ਸਕਦੇ ਨੇ। ਸਮਾਜ ਦੇ ਵਿੱਚ ਰਹਿੰਦੇ ਹੋਏ ਲੋਕਾਂ ਨੂੰ ਹੀ ਰਾਜ ਅਧਿਕਾਰ ਦਿੰਦਾ ਹੈ ਤੇ ਉਹਨਾਂ ਅਧਿਕਾਰਾਂ ਨੂੰ ਪ੍ਰਾਪਤ ਕਰਕੇ ਉਹ ਆਪਣੇ ਜੀਵਨ ਨੂੰ ਉੱਤਮ ਬਣਾਉਂਦੇ ਹਨ। ਇਸ ਕਰਕੇ ਸਕਾਰਾਤਮਕ ਸੁਤੰਤਰਤਾ ਨੇ ਕਿਹਾ ਕਿ ਸਮਾਜ ਵਿੱਚ ਰਹਿਣ ਵਾਲੇ ਵਿਅਕਤੀਆਂ ਨੂੰ ਹੀ ਸੁਤੰਤਰਤਾ ਪ੍ਰਾਪਤ ਹੋਣੀ ਚਾਹੀਦੀ ਹੈ। ਇਹ ਕੁਝ ਮਹੱਤਵਪੂਰਨ ਆਧਾਰ ਜਿਨ੍ਹਾਂ ਨੂੰ ਆਪਾਂ ਸਟੱਡੀ ਕੀਤਾ ਹੈ, ਇਹ ਸਕਾਰਾਤਮਕ ਸੁਤੰਤਰਤਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਕਹੀਆਂ ਜਾ ਸਕਦੀਆਂ ਹਨ। ਹੁਣ ਆਪਾਂ ਸਕਾਰਾਤਮਕ ਸੁਤੰਤਰਤਾ ਦੀ ਆਲੋਚਨਾ ਬਾਰੇ ਵੀ ਸਟੱਡੀ ਕਰਾਂਗੇ। ਬਹੁਤ ਸਾਰੇ ਵਿਦਵਾਨਾਂ ਨੇ ਸਕਾਰਾਤਮਕ ਸੁਤੰਤਰਤਾ ਦੀਆਂ ਜਿਹੜੇ ਆਧਾਰ ਸੀ
ਉਹਨਾਂ ਦੇ ਵਿੱਚ ਕੁਝ ਕਮੀਆਂ ਨੂੰ ਉਜਾਗਰ ਕੀਤਾ ਗਿਆ, ਉਹਨਾਂ ਨੂੰ ਆਪਾਂ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਰਾਜ ਉਚਿਤ ਸੰਸਥਾ ਨਹੀਂ। ਸਕਾਰਾਤਮਕ ਸੁਤੰਤਰਤਾ ਦੇ ਸਮਰਥਕ ਰਾਜ ਨੂੰ ਸਮਾਜਿਕ ਤੇ ਨੈਤਿਕ ਸੰਸਥਾ ਮੰਨਦੇ ਸਨ। ਉਹਨਾਂ ਦਾ ਮੰਨਣਾ ਸੀ ਕਿ ਰਾਜ ਇੱਕ ਜ਼ਰੂਰੀ ਬੁਰਾਈ ਨਹੀਂ ਸਗੋਂ ਇੱਕ ਕਲਿਆਣਕਾਰੀ ਸੰਸਥਾ ਹੈ। ਪਰ ਕਾਰਲ ਮਾਰਕਸ ਦੀ ਗੱਲ ਕਰੀਏ ਤਾਂ ਕਾਰਲ ਮਾਰਕਸ ਨੇ ਰਾਜ ਨੂੰ ਇੱਕ ਵਰਗ ਸੰਗਠਨ ਮੰਨਿਆ ਹੈ। ਉਸ ਦਾ ਕਹਿਣਾ ਸੀ ਕਿ ਰਾਜ ਸਟੇਟ ਇਜ਼ ਏ ਕਲਾਸ ਆਰਗੇਨਾਈਜੇਸ਼ਨ, ਰਾਜ ਇੱਕ ਵਰਗ ਸੰਗਠਨ ਹੈ। ਸਮਾਜ ਦੇ ਵਿੱਚ ਦੋ ਵਰਗ ਹੁੰਦੇ ਹਨ, ਪੂੰਜੀਪਤੀ ਅਤੇ ਕਿਰਤੀ ਵਰਗ। ਪੂੰਜੀਪਤੀਆਂ ਕੋਲੇ ਉਤਪਾਦਨ ਦੇ ਸਾਧਨ ਹਨ, ਉਤਪਾਦਨ ਦੇ ਸਾਧਨਾਂ ਤੇ ਪੂੰਜੀਪਤੀ ਲੋਕਾਂ ਦਾ ਕਬਜ਼ਾ ਹੈ ਤੇ ਉਹ ਕਿਰਤੀਆਂ ਦਾ ਸ਼ੋਸ਼ਣ ਕਰਦੇ ਹਨ। ਤਾਂ ਰਾਜ ਪੂੰਜੀਪਤੀ ਸ਼੍ਰੇਣੀ ਦੇ ਹੱਕ ਦੇ ਵਿੱਚ ਖੜਾ ਹੁੰਦਾ ਹੈ ਤੇ ਰਾਜ ਪੂੰਜੀਪਤੀ ਸ਼੍ਰੇਣੀ ਦੇ ਹਿੱਤਾਂ ਦੀ ਰੱਖਿਆ ਕਰਦਾ ਹੈ। ਇਸ ਤਰ੍ਹਾਂ ਸਾਮਵਾਦੀਆਂ ਦਾ ਕਹਿਣਾ ਸੀ ਕਿ ਰਾਜ ਉਚਿਤ ਸੰਸਥਾ ਨਹੀਂ, ਰਾਜ ਇੱਕ ਸਮਾਜਿਕ ਤੇ ਨੈਤਿਕ ਸੰਸਥਾ ਨਹੀਂ। ਰਾਜ ਵੱਲੋਂ ਸ਼ਾਸਕ ਸ਼੍ਰੇਣੀ ਦੇ ਹਿੱਤਾਂ ਦੀ ਰੱਖਿਆ ਕੀਤੀ ਜਾਂਦੀ ਹੈ ਤੇ ਕਿਰਤੀਆਂ ਤੇ ਗਰੀਬ ਲੋਕਾਂ ਦਾ ਸ਼ੋਸ਼ਣ ਕਰਨ ਦੇ ਵਿੱਚ ਪੂੰਜੀਪਤੀਆਂ ਦੀ ਮਦਦ ਕੀਤੀ ਜਾਂਦੀ ਹੈ। ਇਸ ਤਰ੍ਹਾਂ ਸਾਮਵਾਦੀਆਂ ਨੇ ਰਾਜ ਨੂੰ ਉਚਿਤ ਸੰਸਥਾ ਨਹੀਂ ਮੰਨਿਆ। ਨਿੱਜੀ ਸੰਪਤੀ ਸੁਤੰਤਰਤਾ ਦੇ ਅਨੁਕੂਲ ਨਹੀਂ। ਮਾਰਕਸਵਾਦੀ ਕਹਿੰਦੇ ਸਨ ਕਿ ਨਿੱਜੀ ਸੰਪਤੀ ਸੁਤੰਤਰਤਾ ਦੇ ਅਨੁਕੂਲ ਨਹੀਂ, ਜਦੋਂ ਕਿ ਸਕਾਰਾਤਮਕ ਸੁਤੰਤਰਤਾ ਦੇ ਸਮਰਥਕਾਂ ਨੇ ਨਿੱਜੀ ਸੰਪਤੀ ਨੂੰ ਜ਼ਰੂਰੀ ਮੰਨਿਆ ਹੈ। ਨਿੱਜੀ ਸੰਪਤੀ ਨਾਲ ਹੀ ਵਿਅਕਤੀ ਆਪਣੇ ਜੀਵਨ ਨੂੰ ਵਿਕਸਿਤ ਕਰ ਸਕਦਾ ਹੈ, ਇਹ ਕਹਿਣਾ ਸੀ ਸਕਾਰਾਤਮਕ ਸੁਤੰਤਰਤਾ ਦੇ ਸਮਰਥਕਾਂ ਦਾ। ਪਰ ਸਾਮਵਾਦੀਆਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਨਿੱਜੀ ਸੰਪਤੀ ਨੂੰ ਸੁਤੰਤਰਤਾ ਦੇ ਵਿਰੋਧੀ ਮੰਨਿਆ ਹੈ। ਲੋਕਤੰਤਰੀ ਸਰਕਾਰ ਕੋਈ ਯਕੀਨੀ ਗਰੰਟੀ ਨਹੀਂ। ਸਕਾਰਾਤਮਕ ਸੁਤੰਤਰਤਾ ਦਾ ਮੰਨਣਾ ਸੀ ਕਿ ਲੋਕਤੰਤਰੀ ਸਰਕਾਰ ਸਭ ਦਾ ਭਲਾ ਕਰਦੀ ਹੈ, ਸਭ ਨੂੰ ਆਪਣੇ ਵਿਚਾਰਾਂ ਨੂੰ ਪੇਸ਼ ਕਰਨ ਦੇ, ਆਪਣੇ ਕੰਮਾਂ ਨੂੰ ਕਰਨ ਦੇ ਮੌਕੇ ਹੁੰਦੇ ਹਨ। ਲੋਕਤੰਤਰੀ ਪ੍ਰਣਾਲੀ ਸਰਵੋਤਮ ਪ੍ਰਣਾਲੀ ਹੈ, ਪਰ ਲੋਕਤੰਤਰੀ ਪ੍ਰਣਾਲੀ ਨੂੰ ਵੀ ਵਿਅਕਤੀ ਦੇ ਲਈ ਕੋਈ ਯਕੀਨੀ ਗਰੰਟੀ ਨਹੀਂ ਮੰਨਿਆ ਜਾ ਸਕਦਾ। ਆਧੁਨਿਕ ਯੁੱਗ ਭਾਵੇਂ ਲੋਕਤੰਤਰੀ ਯੁੱਗ ਹੈ, ਪਰੰਤੂ ਫਿਰ ਵੀ ਲੋਕਤੰਤਰੀ ਦੇਸ਼ਾਂ ਦੇ ਵਿੱਚ ਲੋਕਤੰਤਰੀ ਪ੍ਰਣਾਲੀ ਪੱਛਮੀ ਦੇਸ਼ਾਂ ਦੇ ਮੁਕਾਬਲੇ ਬਹੁਤੀ ਸਫਲ ਨਹੀਂ ਹੋ ਸਕੀ। ਬਹੁਤ ਸਾਰੇ ਅਜਿਹੇ ਕਾਰਨ ਹਨ ਜਿਨ੍ਹਾਂ ਕਰਕੇ ਅੱਜ ਵੀ ਲੋਕਤੰਤਰੀ ਦੇਸ਼ਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੇ ਅਧਿਕਾਰ ਪ੍ਰਾਪਤ ਨਹੀਂ ਹੁੰਦੇ। ਇਸ ਤਰ੍ਹਾਂ ਲੋਕਤੰਤਰੀ ਪ੍ਰਣਾਲੀ ਨੂੰ ਵੀ ਯਕੀਨੀ ਗਰੰਟੀ ਬਹੁਤ ਸਾਰੇ ਆਲੋਚਕਾਂ ਨੇ ਨਹੀਂ ਮੰਨਿਆ। ਤਾਂ ਇਹਨਾਂ ਆਧਾਰਾਂ ਤੇ ਉਹਨਾਂ ਨੇ ਸਕਾਰਾਤਮਕ ਸੁਤੰਤਰਤਾ ਦੀ ਆਲੋਚਨਾ ਕੀਤੀ ਹੈ। ਨੈਗੇਟਿਵ ਲਿਬਰਟੀ ਤੇ ਪੋਜ਼ਿਟਿਵ ਲਿਬਰਟੀ ਨੂੰ ਸਟੱਡੀ ਕਰਨ ਤੋਂ ਬਾਅਦ ਅਸੀਂ ਇਹ ਕਹਿ ਸਕਦੇ ਹਾਂ ਕਿ ਸੁਤੰਤਰਤਾ ਵਿਅਕਤੀ ਦੇ ਜੀਵਨ 'ਚ ਬਹੁਤ ਮਹੱਤਵਪੂਰਨ ਧਾਰਨਾ ਹੈ। ਸੁਤੰਤਰਤਾ ਤੋਂ ਬਿਨਾਂ ਕੋਈ ਵੀ ਵਿਅਕਤੀ ਆਪਣੇ ਪਰਿਵਾਰ ਦਾ ਅਤੇ ਸਮਾਜ ਦਾ ਵਿਕਾਸ ਨਹੀਂ ਕਰ ਸਕਦਾ। ਸੁਤੰਤਰਤਾ ਨੂੰ ਅਸੀਂ ਜੇ ਸਰਲ ਤੇ ਸੌਖੇ ਸਪਸ਼ਟ ਅਰਥਾਂ ਦੇ ਵਿੱਚ ਸਪਸ਼ਟ ਕਰੀਏ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਵਿਅਕਤੀ ਦੇ ਜੀਵਨ ਤੇ ਕੁਝ ਜ਼ਰੂਰੀ ਪਾਬੰਦੀਆਂ ਲੱਗੀਆਂ ਹੋਣੀਆਂ ਚਾਹੀਦੀਆਂ ਹਨ। ਉਹਨਾਂ ਪਾਬੰਦੀਆਂ ਦੇ ਵਿੱਚ ਰਹਿ ਕੇ ਹੀ ਵਿਅਕਤੀ ਨੂੰ ਆਪਣੀ ਸੁਤੰਤਰਤਾ ਦਾ ਆਨੰਦ ਮਾਣਨਾ ਚਾਹੀਦਾ ਹੈ। ਅਜਿਹਾ ਹੋਣ ਨਾਲ ਵਿਅਕਤੀ ਦੀ ਤੇ ਸਮਾਜ ਦੀ ਸੁਤੰਤਰਤਾ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ। ਬਹੁਤ ਬਹੁਤ ਸ਼ੁਕਰੀਆ।